ਤੁਸੀਂ ਕਦੀ ਆਪਣੇ ਹੱਥੀਂ ਸੱਪ ਫੜੇ ਆ? हाँ जी भाजी हत्ती फड़ी दे आ सप बीन भी बजाई दी जिद्दां हुण किसी दे घर आ जांदा है अगला ले जांदा बुला के उत्ते बीन बजाई दी सप आ जांदा आ। ਨਾਗ ਦੇ ਕੱਟੇ ਦਾ ਜਿਹੜਾ ਉਹ ਮਣਕਾ ਜਿਹਾ ਲਾ ਕੇ ਇਲਾਜ ਕਰਦੇ, ਉਹ ਹੁਣ ਇਲਾਜ ਕਰਦੇ ਆ ਜਾਂ ਨਹੀਂ, ਉਹ ਵੀ ਬੰਦ ਕਰ ਦਿੱਤਾ ਤੁਸੀਂ? नहीं जी वो इलाज ही जरूर करीदा जी, हर एक चीज़ का इलाज करीदा, दंद का, दाड़ का, गोडे का, गिट्टे का, रीह का, रेशे का, चंबल ददरी का, बवासीर का, जलांधरू का, गठीए का। ਮਣਕਾ ਸਾਦੇ ਸੀਗੇ, ਉਹ ਕਿੱਦਾਂ ਬਣਦਾ ਸੀ, ਕਿੱਥੋਂ ਬਣਦਾ ਹੁੰਦਾ, ਉਹਦੀ ਕੀ ਅਸਲੀਅਤ ਵਾ? देखो जी ਜਿਹੜਾ ਮਣਕਾ ਆ ਮਣਕਾ ਬਨ ਬੱਕਰੇ ਦੀ ਝੱਗ ਦੀ ਗਜਾਲੀ ਤੋਂ ਤਿਆਰ ਹੁੰਦਾ ਆ। ਬਨ ਬੱਕਰੇ ਦੇ ਜਦੋਂ ਬਨ ਬੱਕਰਾ ਚਰਦਾ ਨਾ ਇਹ ਅੱਖਾਂ ਤੋਂ ਅੰਨਾ ਹੋ ਜਾਂਦਾ ਆ, ਉਹਦੇ ਨਾਲ ਫਿਰ ਬੰਦੇ ਦੀ ਜਾਨ ਬਚ ਜਾਂਦੀ ਹੈ ਜੇ ਸੱਪ ਦੇ ਡੰਗੇ ਤੇ ਲਾ ਦਈਏ ਤਾਂ। ਜਿੰਨਾ ਚਿਰ ਬੰਦੇ ਦੇ ਸਰੀਰ 'ਚ ਜ਼ਹਿਰ ਰਹਿੰਦੀ ਆ ਉਹ ਮਣਕਾ ਉੱਥੇ ਟਿਕਿਆ ਰਹਿੰਦਾ। ਇਹ 'ਚ ਕਿੰਨੀ ਕੁ ਅਸਲੀਅਤ ਵਾ? ਇਹਦੇ ਵਿੱਚ ਸਹੀ ਗੱਲ ਤੁਸੀਂ ਸੁਣੀ ਆ ਵੀ ਜਿੰਨੇ ਤੱਕ ਜ਼ਹਿਰ ਹੋਣੀ ਉਹਨੇ ਤੱਕ ਇਹਨੇ ਲੱਗਿਆ ਰਹਿਣਾ ਆ। ਜਦੋਂ ਇਹਨੇ ਜ਼ਹਿਰ ਚੂਸ ਲੈਣੀ ਇਹਨੇ ਆਪਣੇ ਆਪ ਥੱਲੇ ਡਿੱਗ ਜਾਣਾ ਹੈ। ਘਰ ਵਿੱਚ ਸੱਪ ਹੋਵੇ ਉੱਥੇ ਜਾ ਕੇ ਤੁਸੀਂ ਬੀਨ ਵਜਾਉਂਦੇ ਆ ਤਾਂ ਸੱਪ ਆ ਜਾਂਦਾ। ਇਹ ਜਿਹੜੀ ਬੀਨ ਵਾ ਇਹ ਕਿੱਥੋਂ ਬਣਦੀ ਆ? ਦੇਖੋ ਜੀ ਜਿਹੜੀ ਬੀਨ ਹੈ ਜੀ ਇਹ ਬੀਨ ਹੈਗੀ ਆ ਤੂੰਬੇ ਦੀ, ਠੀਕ ਹੈ ਜੀ। ਤੂੰਬਾ ਵੱਡ ਹੁੰਦੀ ਹੈ ਕਿ ਤੂੰਬੇ ਤੋਂ ਤਿਆਰ ਹੁੰਦੀ ਹੈ ਜੀ। ਇਸੇ ਸਵਾਲ ਦੇ ਨਾਲ ਮੇਰਾ ਇੱਕ ਹੋਰ ਸਵਾਲ ਵਾ ਵੀ ਮੈਂ ਤਾਂ ਇਹ ਸੁਣਿਆ ਸੀ ਵੀ ਸੱਪ ਦੇ ਕੰਨ ਨਹੀਂ ਹੁੰਦੇ, ਫਿਰ ਉਹ ਸੁਣ ਕਿੱਦਾਂ ਲੈਂਦਾ ਸੱਪ? ਇਹ ਬੀਨ ਕਿੱਦਾਂ ਸੁਣ ਕੇ ਉਹ ਬਾਹਰ ਕਿੱਦਾਂ ਆ ਜਾਂਦਾ ਆ? ਜੇ ਕਿਸੇ ਦੇ ਸੱਪ ਲੜ ਜਵੇ ਉਹ ਜਾਨੀ ਕਿ ਉਹ ਜਿਹੜਾ ਮਣਕਾ ਲਾਉਣ ਦਾ ਕੋਈ ਸਮਾਂ ਹੁੰਦਾ ਆ, ਕਦੋਂ ਕੁ ਤੱਕ ਤੁਹਾਡੇ ਕੋਲ ਪਹੁੰਚ ਕੇ ਬੰਦਾ ਬਚ ਸਕਦਾ ਆ? ਦੇਖੋ ਜੀ ਜਿੱਦਾਂ ਹੁਣ ਸੱਪ ਲੜ ਗਿਆ ਆ ਉਸੇ ਵੇਲੇ ਇੱਕ ਗੱਲ ਹੋਰ ਕਰੇ। ਪਿਆਰੇ ਦੋਸਤੋ ਤੁਸੀਂ ਦੇਖ ਰਹੇ ਆ ਪੰਜਾਬੀ ਸਟੂਡੀਓ ਤੇ ਮੈਂ ਤੁਹਾਡਾ ਹੋਸਟ ਤੇ ਦੋਸਤ ਸੰਜੀਵ ਭਾਟਾ। ਅੱਜ ਮੈਂ ਆਪਣੇ ਘਰ ਦੇ ਬਾਹਰ ਬੈਠਾ ਸੀਗਾ ਤੇ ਇੱਕ ਸਾਨੂੰ ਨਾਥ ਜੋਗੀ ਟੱਕਰ ਗਿਆ ਤੇ ਕਰਾਂਗੇ ਇਹਦੇ ਨਾਲ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਜੀ ਆਪਣਾ? ਜੋਗਿੰਦਰ ਨਾਥ। ਤੁਸੀਂ ਕਿਹੜੇ ਕੁੱਲ ਚੋਂ ਆ? ਨਾਥਾਂ ਦੇ। ਜਿੱਦਾਂ ਬਾਈ ਤੂੰ ਜੋਗੀ ਆ, ਤੇਰੇ ਕੋਲ ਨਾਗ ਹੈਗਾ ਇਸ ਸਮੇਂ ਜਿਹਨੂੰ ਸੱਪ ਬੋਲਦੇ ਆ ਜਾਂ ਨਾਗ ਵਾ ਕੀ ਹੁੰਦਾ ਆ ਉਹ ਤੁਹਾਡੇ ਕੋਲ ਹੈਗਾ ਇਸ ਟਾਈਮ? ਦੇਖੋ ਜੀ ਹੁਣ ਤਾਂ ਸਰਕਾਰ ਨੇ ਬੰਦ ਕਰ ਦਿੱਤੇ, ਅੱਗੇ ਬਹੁਤ ਥੇਰੇ ਹੁੰਦੇ ਸੀ, 2-2 3-3 ਰੱਖੀਦੇ ਸੀ, ਹੁਣ ਸਰਕਾਰ ਨੇ ਬੰਦ ਕਰ ਦਿੱਤੇ ਆ, ਕਹਿੰਦੇ ਰੱਖਣੇ ਨਹੀਂ ਆ। ਜਿਹਦਾ ਤੁਹਾਡੀ ਭਾਸ਼ਾ ਵਿੱਚ ਸੱਪ ਨੂੰ ਨਾਗ ਬੋਲਦੇ ਆ ਹਨਾ, ਵੀ ਤੁਸੀਂ ਦੇਵਤਾ ਮੰਨ ਕੇ ਉਹਨੂੰ ਪੂਜਦੇ ਆ? ਹਾਂਜੀ ਹਾਂਜੀ ਦੇਵਤਾ ਹੀ ਮੰਨੀਦਾ ਜੀ। ਇਹ ਤੁਹਾਡਾ ਜਿਹੜਾ ਪਿਛਵਾੜਾ ਆ ਉਹ ਕਿੱਥੋਂ ਦਾ ਆ, ਯਾਨੀ ਕਿ ਤੁਹਾਡੀ ਜਿਹੜੀ ਜਨਮ ਭੂਮੀ ਕਿੱਥੇ ਆ ਜਾਂ ਤੁਹਾਡਾ ਕੁੱਲ ਕਿੱਥੋਂ ਦਾ ਆ? ਸਾਡਾ ਕੁੱਲ ਇਹੀ ਹੈ ਜੀ, ਆਪਾਂ ਸੈਲੇ ਰਹਿੰਦੇ, ਜੰਮੇ ਪਲੇ ਇੱਥੇ ਦੇ ਹੀ ਆ, ਕੋਈ ਦੂਰ ਨਹੀਂ ਪਲੇ, ਅਸੀਂ ਪੰਜਾਬ 'ਚ ਹੀ ਰਹਿੰਦੇ, ਪੰਜਾਬ ਦੇ ਹੀ ਆ। ਜਿੱਦਾਂ ਤੁਸੀਂ ਅੱਗੇ ਪਹਿਲਾਂ ਪਿੰਡਾਂ ਦੇ ਵਿੱਚ ਜਿੱਦਾਂ ਨਾਗ ਦਿਖਾ ਕੇ ਪਿੰਡ ਦੇ ਵਿੱਚੋਂ ਯਾਨੀ ਕਿ ਤੁਸੀਂ ਗਰਾਈ ਕਰਕੇ ਜਾਂ ਮੰਗ ਕੇ ਆਪਣਾ ਗੁਜ਼ਰ ਬਸਰ ਕਰ ਲੈਂਦੇ ਸੀ, ਹੁਣ ਜਦ ਸਰਕਾਰ ਨੇ ਯਾਨੀ ਕਿ ਤੁਹਾਡੇ ਨਾਗ ਬੰਦ ਕਰ ਦਿੱਤੇ ਤੁਹਾਨੂੰ ਰੱਖਣੇ, ਤਾਂ ਫਿਰ ਤੁਸੀਂ ਤੁਹਾਡਾ ਗੁਜ਼ਰ ਬਸਰ ਕਿੱਦਾਂ ਚੱਲਦਾ? ਹੁਣ ਤਾਂ ਦੇਖੋ ਜੀ ਸਰਕਾਰ ਨੇ ਬੰਦ ਜਾਦੇ ਕੀਤੇ ਆ, ਜਿਆਦਾ ਕੰਮ ਹੋਇਆ, ਕੰਮ ਖਰਾਬ ਸਾਡਾ। ਅੱਗੇ 10-5 ਰੁਪਏ ਲੋਕੀ ਹੱਸ ਕੇ ਦੇ ਦਿੰਦੇ ਸੀ, ਹੁਣ ਲੋਕਾਂ ਦੇ ਵੀ ਵਿਚਾਰੇ ਨੇ ਕੰਮ ਨਹੀਂ ਚੱਲਦੇ ਤੇ ਸਾਡੇ ਵਰਗਾ ਦਾ ਵੀ ਕੰਮ ਜ਼ਿਆਦਾ ਡਾਊਨ ਹੋ ਗਿਆ ਆ। ਇਸ ਕਰਕੇ ਬਈ ਸਰਕਾਰ ਅੱਗੇ ਇਹੀ ਬੇਨਤੀ ਵੀ ਕੋਈ ਮਹਿੰਗਾਈ ਨੂੰ ਘਟਾਓ ਤੇ ਲੋਕਾਂ ਦੇ ਕੰਮ ਚੱਲਣ, ਤੇ ਜਿਹੜਾ ਸਾਡੇ ਵੀ ਲੋਕੀ ਸਾਨੂੰ ਵੀ ਹੱਸ ਕੇ 10 ਰੁਪਏ ਦਿਆ ਕਰਨ ਤੇ ਅਸੀਂ ਵੀ ਹੱਸ ਕੇ ਹਰੇਕ ਪਿੰਡ ਦੇ ਵਿੱਚ ਜਾਈਏ। ਬਈ ਜਿੱਦਾਂ ਜਾਨੀ ਕਿ ਨਾਗ ਤੂੰ ਹੁਣ ਤਾਂ ਲੈ ਕੇ ਨਹੀਂ ਆ, ਜਿੱਦਾਂ ਤੁਹਾਡਾ ਜਿੱਥੇ ਆਪਣਾ ਡੇਰਾ ਉੱਥੇ ਰੱਖੇ ਹੋ ਜਾਂ ਵੀ ਨਹੀਂ ਹੁਣ ਹੈਗੇ? ਨਹੀਂ ਭਾਜੀ ਹੁਣ ਬੰਦ ਹੀ ਕਰ ਦਿੱਤੇ ਜਾਂ ਸਰਕਾਰ ਨੇ ਫਿਰ ਘਰੇ ਕਾਹਨੂੰ ਚਲਾਨ ਕਰਵਾਉਣੇ ਆ, ਫਿਰ ਇਸ ਕਰਕੇ ਵੀ ਸਰਕਾਰ ਨਾਗ ਰੱਖਣੇ ਬੰਦ ਕਰ ਦਿੱਤੇ ਆ। ਕਿੰਨਾ ਕੁ ਸਮਾਂ ਹੋ ਗਿਆ ਸਰਕਾਰ ਨੇ ਨਾਗਾਂ ਤੇ ਪਾਬੰਦੀ ਲਾਈ ਨੂੰ? ਇਹ ਭਾਜੀ ਘਟਨਾ ਘਾਟਾ ਹੋ ਹੀ ਗਿਆ 10-15 ਸਾਲ। 10-15 ਸਾਲ ਤੋਂ ਤੁਸੀਂ ਯਾਨੀ ਕਿ ਉਹ ਜਿਹੜਾ ਨਾਗ ਦਾ ਕੋਈ ਤਮਾਸ਼ਾ ਹੁਣ ਦਿਖਾ ਸਕਦੇ? ਨਹੀਂ ਨਹੀਂ ਜੀ ਹੁਣ ਅਸੀਂ ਨਾਗ ਦਾ ਤਮਾਸ਼ਾ ਅਸੀਂ ਦਿਖਾ ਨਹੀਂ ਸਕਦੇ ਤੇ ਨਾ ਅਸੀਂ ਨਾਗ ਹੀ ਦਿਖਾ ਸਕਦੇ ਆ ਹੁਣ, ਕਿਉਂਕਿ ਸਰਕਾਰ ਨੇ ਬੰਦ ਕਰ ਦਿੱਤਾ ਆ। ਇਸ ਕਰਕੇ ਹੁਣ ਬਸ ਪੱਲੇ ਰਹਿ ਗਈ ਇਕੱਲੀ ਬੀਨ, ਜਾਂ ਉਹਦਾ ਮੰਗ ਲਈਦਾ 10-5 ਰੁਪਏ ਦੇ ਲੋਕੀ ਹੱਸ ਕੇ ਜਿਹਨੇ ਦੇਣਾ ਹੁੰਦਾ ਉਹ ਦੇ ਦਿੰਦਾ, ਜਿਹਨੇ ਨਹੀਂ ਦੇਣਾ ਉਹ ਵੀ ਨਾ ਕਰ ਦਿੰਦਾ। ਜਿੱਦਾਂ ਬਾਈ ਜਦੋਂ ਪਹਿਲਾਂ ਤੁਸੀਂ ਪਿੰਡਾਂ ਦੇ ਵਿੱਚ ਮੰਗਦੇ ਹੁੰਦੇ ਸੀ, ਠੀਕ ਹੈ ਕਿ ਨਹੀਂ, ਤੁਸੀਂ ਕਈ ਤਰ੍ਹਾਂ ਦਾ ਇਲਾਜ ਵੀ ਕਰਦੇ ਹੁੰਦੇ ਸੀ, ਜਿੱਦਾਂ ਕਹਿੰਦੇ ਹੁੰਦੇ ਸੀ ਕਿ ਬਈ ਨਾਗ ਦੇ ਕੱਟੇ ਦਾ ਜਿਹੜਾ ਉਹ ਮਣਕਾ ਜਿਹਾ ਲਾ ਕੇ ਇਲਾਜ ਕਰਦੇ, ਉਹ ਹੁਣ ਇਲਾਜ ਕਰਦੇ ਆ ਜਾਂ ਨਹੀਂ, ਉਹ ਵੀ ਬੰਦ ਕਰ ਦਿੱਤਾ ਤੁਸੀਂ? ਨਹੀਂ ਜੀ ਉਹ ਇਲਾਜ ਹੀ ਜ਼ਰੂਰ ਕਰੀਦਾ ਜੀ, ਹਰੇਕ ਚੀਜ਼ ਦਾ ਇਲਾਜ ਕਰੀਦਾ, ਦੰਦ ਦਾ, ਦਾੜ ਦਾ, ਗੋਡੇ ਦਾ, ਗਿੱਟੇ ਦਾ, ਰੀਹ ਦਾ, ਰੇਸ਼ੇ ਦਾ, ਚੰਬਲ ਦਦਰੀ ਦਾ, ਬਵਾਸੀਰ ਦਾ, ਜਲਾਂਧਰੂ ਦਾ, ਗਠੀਏ ਦਾ, ਹਰੇਕ ਚੀਜ਼ ਦਾ ਇਲਾਜ ਕਰੀਦਾ ਆ।
ਬਾਕੀ ਜਿਹਨੂੰ ਲੋੜ ਹੁੰਦੀ ਹੈ ਅਗਲਾ ਹਾਂ ਕਰ ਦਿੰਦਾ ਹੈ, ਜਿਹਨੂੰ ਨਹੀਂ ਲੋੜ ਅਗਲਾ ਅੱਜ ਕੱਲ੍ਹ ਅੰਗਰੇਜ਼ੀ ਦਵਾਈਆਂ ਤੇ ਜ਼ਿਆਦਾ ਵਿਸ਼ਵਾਸ ਲੋਕੀ ਕਰੀ ਜਾਂਦੇ ਆ, ਦੇਸੀ ਦਵਾਈਆਂ ਦਾ ਕੰਮ ਤਾਂ ਕਰਕੇ ਘੱਟ ਹੋ ਗਿਆ। ਮਣਕਾ ਸਾਦੇ ਸੀਗੇ, ਉਹ ਕਿੱਦਾਂ ਬਣਦਾ ਸੀ, ਕਿੱਥੋਂ ਬਣਦਾ ਹੁੰਦਾ, ਉਹਦੀ ਕੀ ਅਸਲੀਅਤ ਆ? ਦੇਖੋ ਜੀ ਜਿਹੜਾ ਮਣਕਾ ਬਨ ਬੱਕਰੇ ਦੀ ਝੱਗ ਦੀ ਗਜਾਲੀ ਤੋਂ ਤਿਆਰ ਹੁੰਦਾ ਆ। ਬਨ ਬੱਕਰੇ ਦੇ ਜਦੋਂ ਬਨ ਬੱਕਰਾ ਚਰਦਾ ਨਾ, ਇਹ ਅੱਖਾਂ ਤੋਂ ਅੰਨਾ ਹੋ ਜਾਂਦਾ ਆ, ਫਿਰ ਨੱਕ ਦੀ ਸਿੱਧੇ ਚੱਲਦਾ ਆ, ਤੇ ਫਿਰ ਉਹਦੇ ਹਿਸਾਬ ਨਾਲ ਵੀ ਜਦੋਂ ਜੰਗਲੀ ਜੜੀਆਂ ਬੂਟੀਆਂ ਜਦੋਂ ਖਾਂਦਾ ਹੈ, ਜ਼ਹਿਰੀਲੀ ਜੜੀਆਂ ਬੂਟੀਆਂ ਵੀ ਖਾ ਕੇ ਫਿਰ ਇਹ ਮੂਹਰੇ ਵਿੱਚ ਜਿੱਦਾਂ ਆਪਣਾ ਡੰਗਰ ਪਸ਼ੂ ਤੂੜੀ ਖਾ ਕੇ ਗਜਾਲੀ ਕਰਦਾ, ਇੱਦਾਂ ਫਿਰ ਗਜਾਲੀ ਕਰਦਾ ਆ। ਫਿਰ ਜਿਹੜੀ ਲੱਭ ਹੁੰਦੀ ਆ, ਇਹ ਲੱਭ ਜਦੋਂ ਫਿਰ ਡਿੱਗਦੀ ਆ, ਜਦੋਂ ਮੂੰਹ ਆਪਣਾ ਛੱਡਦਾ ਫਿਰ ਜਿਹੜੀ ਪੱਥਰ ਤੇ ਡਿੱਗ ਜਾਂਦੀ ਉਹ ਤਾਂ ਤਿਆਰ ਹੋ ਜਾਂਦੀ ਆ, ਜਿਹੜੀ ਫਿਰ ਮਿੱਟੀ ਡਿੱਗ ਜਾਂਦੀ ਉਹ ਬੇਕਾਰ ਆ। ਇਸ ਕਰਕੇ ਫਿਰ ਉਹਦੇ ਤੋਂ ਜਿਹੜਾ ਪੱਥਰ ਤੇ ਡਿੱਗੀ ਹੁੰਦੀ ਉਹਦੇ ਵਿੱਚੋਂ ਮਣਕਾ ਤਿਆਰ ਹੁੰਦਾ ਆ। ਉਹਦੇ ਨਾਲ ਫਿਰ ਬੰਦੇ ਦੀ ਜਾਨ ਬਚ ਜਾਂਦੀ ਹੈ ਜੇ ਸੱਪ ਦੇ ਡੰਗੇ ਤੇ ਲਾ ਦਈਏ ਤਾਂ। ਸੱਪ ਦੇ ਡੰਗੇ ਦਾ ਜਿਹੜਾ ਉਹ ਤੇ ਲਾਉਣ ਦਾ ਕੋਈ ਤਰੀਕਾ ਹੁੰਦਾ? ਅੱਗੇ ਮੈਂ ਇਹ ਸੁਣਿਆ ਸੀਗਾ ਵੀ ਜਿੰਨਾ ਚਿਰ ਬੰਦੇ ਦੇ ਸਰੀਰ 'ਚ ਜ਼ਹਿਰ ਰਹਿੰਦੀ ਉਹ ਮਣਕਾ ਉੱਥੇ ਟਿਕਿਆ ਰਹਿੰਦਾ, ਇਹ 'ਚ ਕਿੰਨੀ ਕੁ ਅਸਲੀਅਤ ਆ? ਇਹਦੇ ਵਿੱਚ ਸਹੀ ਗੱਲ ਤੁਸੀਂ ਸੁਣੀ ਆ ਵੀ ਜਿੰਨੇ ਤੱਕ ਜ਼ਹਿਰ ਹੋਣੀ ਉਹਨੇ ਤੱਕ ਇਹਨੇ ਲੱਗਿਆ ਰਹਿਣਾ ਆ। ਜਦੋਂ ਇਹਨੇ ਜ਼ਹਿਰ ਚੂਸ ਲੈਣੀ ਇਹਨੇ ਆਪਣੇ ਆਪ ਥੱਲੇ ਡਿੱਗ ਜਾਣਾ ਆ। ਇਸ ਕਰਕੇ ਹੁਣ ਮਣਕਾ ਜਿਹੜਾ ਆ ਅਸੀਂ ਰੱਖੀਦਾ, ਪਰ ਸਾਡੇ ਦਿੰਦੇ ਕੁੜੀਆਂ ਦੇ ਦਾਜਾਂ 'ਚ, ਠੀਕ ਆ ਜੀ। ਇਸ ਕਰਕੇ ਮਣਕਾ ਅਸੀਂ ਕਿਸੇ ਨੂੰ ਦੇਈਦਾ ਨਹੀਂ, ਮਣਕਾ ਹੀ ਆਪਣੇ ਕੋਲ ਸਾਂਭ ਕੇ ਰੱਖੀਦਾ ਆ। ਇਸ ਕਰਕੇ ਉਹ ਇੱਕੋ ਮਣਕਾ ਹੁੰਦਾ, ਕਿਹੜਾ ਜ਼ਿਆਦੇ ਹੁੰਦੇ ਇਹ। ਬਾਕੀ ਜੇ ਕੋਈ ਭੈਣ ਭਰਾ ਹੋਵੇ, ਜਿੱਦਾਂ ਹੁਣ ਕੋਈ ਖਾਸ ਭੈਣ ਭਰਾ ਹੋਵੇ ਜਿਹਦੇ ਨਾਲ ਯਾਰੀ ਪੈ ਜੇ, ਕੋਈ ਗੂੜੀ ਯਾਰੀ ਪਿਆਰ ਪੈ ਜੇ, ਤੇ ਉਸ ਭੈਣ ਭਰਾ ਨੂੰ ਭਲਾ ਕਰਨ ਲਈ ਇਹ ਚੀਜ਼ ਦੇ ਦੇਈਦੀ ਆ। ਇਸ ਕਰਕੇ ਬਾਈ ਜਿੱਦਾਂ ਜਾਣੀ ਕਿ ਹੁਣ ਦੇ ਸਮੇਂ ਦੇ ਵਿੱਚ ਤੂੰ ਕਹਿੰਦਾ ਵੀ ਸਾਡਾ ਕੁੱਲ ਆ, ਨਾਥਾਂ ਦਾ ਕੁੱਲ ਆ, ਪਰ ਤੂੰ ਵੀ ਹੁਣ ਦੇਖਿਆ ਵੀ ਤੁਹਾਡੀ ਵੀ ਕਈ ਬਹਿਰੂਪੀਏ ਆ ਗਏ ਆ, ਉਹ ਵੀ ਪਿੰਡਾਂ ਵਿੱਚ ਮੰਗਦੇ ਆ ਤੁਹਾਡਾ ਭੇਸ ਬਦਲ ਕੇ। ਫਿਰ ਉਹਨਾਂ ਨਾਲ ਜੇ ਉਹ ਜਾਣੀ ਕਿ ਮੰਗਦੇ ਤਾਂ ਹੈਗੇ ਆ, ਪਰ ਉਹਦੇ ਨਾਲ ਤੁਹਾਡੀ ਇਮੇਜ ਨੂੰ ਘਾਟਾ ਪੈਂਦਾ ਹੈ ਵੀ ਤੁਸੀਂ ਇਹ ਕੰਮ ਮੰਗਣ ਦਾ ਸ਼ੁਰੂ ਕਰ ਦਿੱਤਾ। ਤੂੰ ਕਿੱਦਾਂ ਮੰਨਦਾ ਇਸ ਗੱਲ ਨੂੰ? ਦੇਖੋ ਜੀ ਆਪਾਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਕੋਈ ਵਿਚਾਰਾ ਮੰਗਦਾ ਆ ਮੰਗ ਲੈਣ ਦਿਓ ਜਿਸ ਤਰੀਕੇ ਨਾਲ ਮੰਗਦਾ, ਪਰ ਕਿਸੇ ਨਾਲ ਧੋਖਾ ਨਾ ਕਰਨਾ ਤੇ ਕਿਸੇ ਨਾਲ ਕੋਈ ਐਵੇਂ ਖਰੋਣਬਾਜ਼ੀ ਨਾ ਕਰਨ ਜਾਂ ਕਿਸੇ ਨੂੰ ਕੋਈ ਵਹਿਮ ਭਰਮ 'ਚ ਨਾ ਪਾਣ। ਮੰਗਣਾ ਆਪਣੇ ਸਿੱਧੇ ਤਰੀਕੇ ਨਾਲ ਮੰਗ ਲੈਣ। ਕੋਈ ਜੜੀ ਬੂਟੀ ਦਵਾਈਆਂ ਵੇਚਣ ਵਾਲਾ ਬੰਦਾ ਹੈਗਾ, ਦਵਾਈ ਵੇਚੇ, ਆਪਣਾ ਅਗਲੇ ਨੂੰ ਆਰਾਮ ਵੀ ਆਵੇ ਤੇ ਖੁਸ਼ੀ ਵੀ ਰਵੇ। ਜਿਹੜਾ ਅਗਲੇ ਦੇ ਘਰ ਅਸੀਂ ਦੁਬਾਰਾ ਵੀ ਜਾ ਸਕੀਏ ਤੇ ਦੁਬਾਰਾ ਵੀ ਅਗਲਾ ਜਿਹੜਾ ਖੁਸ਼ ਹੋ ਕੇ ਸਾਨੂੰ ਹੱਸ ਕੇ ਚਾਹ ਪਾਣੀ ਪਿਆ ਸਕੇ। ਜਿੱਦਾਂ ਹੁਣ ਸਰਕਾਰ ਨੇ ਸੱਪਾਂ ਤੇ ਪਾਬੰਦੀ ਲਾਤੀ ਆ, ਤੁਹਾਡਾ ਤਾਂ ਗੁਜ਼ਰ ਬਸਰੀ ਉਹਦੇ ਤੋਂ ਹੁੰਦਾ ਸੀਗਾ, ਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਤੁਸੀਂ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਸਰਕਾਰ ਨੂੰ ਵੀ ਮਹਾਰਾਜ ਜਿਹੜੇ ਸਰਕਾਰ ਨੇ ਬੈਨ ਲਾਇਆ ਬੈਨ ਖੋਲੇ, ਹੁਣ ਅਸੀਂ ਵੀ ਰੱਖੀਏ ਸੱਪ ਰੱਖੀਏ ਕੋਲ, ਤੇ ਨਾਲ ਨਿਆਣੇ ਦੇਖਦੇ ਆ ਤੇ ਸਾਨੂੰ ਉਹਦੇ ਵਿੱਚੋਂ 2 ਰੁਪਏ ਦੀ ਆਸ ਹੋ ਜਾਂਦੀ ਆ। ਜਦ ਦੇ ਨਾਗ ਰੱਖਣੇ ਬੰਦ ਕੀਤੇ ਸਾਨੂੰ 2 ਰੁਪਏ ਦੀ ਤਾਂ ਛੱਡੋ 1 ਰੁਪਏ ਦੀ ਵੀ ਆਸ ਨਹੀਂ ਹੈਗੀ। ਇਸ ਕਰਕੇ ਇਹੀ ਸਰਕਾਰ ਦੇ ਅੱਗੇ ਬੇਨਤੀ ਕਰਦੇ ਆ ਵੀ ਕੋਈ ਸਾਡੇ ਤੇ ਕੋਈ ਰਹਿਮ ਕਰੇ, ਕੋਈ ਭਲਾ ਕਰੇ ਸਾਡਾ ਵੀ। ਅਸੀਂ ਹੁਣ ਜਿੱਦਾਂ ਦੁਨੀਆ ਦਾ ਭਲਾ ਕਰਦੇ ਉੱਦਾਂ ਸਾਡੇ ਤੇ ਵੀ ਰਹਿਮ ਕਰੇ। ਇੰਨਾ ਵੀ ਸਾਡੇ ਤੇ ਗਰੀਬਾਂ ਤੇ ਮਤਲਬ ਕੋਈ ਪਾਬੰਦੀ ਨਾ ਲਾਵੇ। ਜਦੋਂ ਮਰਦਾ ਕੋਈ ਗਰੀਬ ਹੀ ਮਰਦਾ ਆ, ਅਮੀਰ ਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਮੰਤਰੀ ਮਰ ਜਾਂਦਾ ਤਾਂ ਗਰੀਬ ਮਰਦਾ ਆ, ਹਾਂਜੀ, ਕੋਈ ਮੰਤਰੀ ਜੰਮ ਜਾਂਦਾ ਤਾਂ ਗਰੀਬ ਮਰਦਾ ਆ, ਅਮੀਰ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਹਦੇ ਵਿੱਚ ਇਹ ਆ ਜੇ ਕੋਈ ਮਹਿੰਗਾਈ ਕੀਤੀ ਜਾਂ ਕੁਛ ਵੀ ਕੀਤਾ ਆ, ਹੁਣ ਇਹਦੇ ਵਿੱਚੋਂ ਮਹਿੰਗਾਈ ਵੀ ਘਟਾਵੇ, ਕਿਸੇ ਗਰੀਬ ਨੂੰ ਕੋਈ ਚੱਜ ਦੀ ਰੋਟੀ ਖਾਣ ਨੂੰ ਜਿਹੜੀ ਮਿਲ ਜਾਵੇ। ਮੈਂ ਇਹੀ ਸਰਕਾਰ ਅੱਗੇ ਬੇਨਤੀ ਕਰਦਾ ਆ, ਸਭ ਦੇ ਕੰਮਕਾਰ ਸਹੀ ਢੰਗ ਨਾਲ ਚੱਲ ਪੈਣ। ਇਹਨਾਂ ਨੂੰ ਮਹਿੰਗਾਈ ਦੇ ਕਰਕੇ ਸਾਰੇ ਦੇ ਕੰਮ ਜਿਹੜੇ ਬਹੁਤ ਜ਼ਿਆਦਾ ਰੁਕੇ ਆ। ਬੇਨਤੀ ਇਹੀ ਆ ਸਰਕਾਰ ਅੱਗੇ ਵੀ ਮਹਿੰਗਾਈ ਘਟਾਈ ਕਰਨਾ। ਜਿੱਦਾਂ ਤੁਹਾਡੇ ਕੁੱਲ ਦਾ ਦੇਵਤਾ ਨਾਗ ਵਾ, ਠੀਕ ਹੈ ਕਿ ਨਹੀਂ, ਉਹਦੀ ਅਰਚਨਾ ਕਿੱਦਾਂ ਕਰਦੇ, ਉਹਦੀ ਪੂਜਾ ਕਿੱਦਾਂ ਕਰਦੇ? ਕੋਈ ਖਾਸ ਦਿਨ ਹੁੰਦਾ ਜਾਂ ਇੰਡੀਆ ਦੇ ਵਿੱਚ ਕਿੱਥੇ ਉਹਦੀ ਜਗ੍ਹਾ ਆ, ਕਿੱਥੇ ਤੁਸੀਂ ਮੰਨਦੇ ਆ ਉਹਨੂੰ? ਇਹਦੇ ਉੱਦਾਂ ਨਹੀਂ ਹੁੰਦਾ, ਜਿਹਦੀ ਆਪਣੀ ਮਨ ਦੀ ਸ਼ਰਧਾ ਹੁੰਦੀ ਨਾ, ਜਿਹਦੀ ਜਿੱਦਾਂ ਕਰਨੀ ਅਗਲੇ ਨੇ ਕਰ ਲੈਣੀ ਆ। ਚਾਹੇ ਘਰ ਦੇ ਵਿੱਚ ਕਰ ਲਓ ਚਾਹੇ ਬਾਹਰ ਕਰ ਲਓ, ਜ਼ਰੂਰੀ ਨਹੀਂ ਆਪਣੇ ਮਨ ਦੇ ਅੰਦਰੋਂ ਔਰ ਦਿਲੋਂ ਸ਼ਰਧਾ ਕਰਨੀ ਚਾਹੀਦੀ ਹੈ। ਜਿਹਨੇ ਕਰਨੀ ਆ ਆਪਣੇ ਮਨੋਂ ਕਰਨੀ ਹੈ, ਇਹ ਜ਼ਰੂਰੀ ਨਹੀਂ ਹੈਗੀ। ਇਹ ਦਿਨ ਜਿਹੜੇ ਤਰੀਕਾ ਹੈ ਸਭ ਮਹਾਰਾਜ ਦੇ ਬਣਾਏ ਆ, ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ। ਮਹਾਰਾਜ ਦੀ ਦਇਆ ਦੇ ਨਾਲ ਕੁਛ ਵੀ ਆ, ਕੁਛ ਵੀ ਕਰਨਾ, ਚਾਹੇ ਪਾਠ ਪੂਜਾ ਕਰਨਾ ਚਾਹੇ ਕੁਛ ਵੀ ਕਰਨਾ ਆ, ਉਹ ਜਿਹਦੀ ਮਨ ਦੀ ਸ਼ਰਧਾ ਹੈ ਜਿੱਦਾਂ ਕਰਨੀ, ਜਿਸ ਦੇਵੀ ਦੇਵਤੇ ਦੀ ਕਰਨਾ ਚਾਹੁੰਦਾ ਉਹ ਖੁਸ਼ ਹੋ ਕੇ ਕਰੇ, ਠੀਕ ਆ। ਕਿਸੇ ਤੋਂ ਕੋਈ ਰੋਕ ਪਾਬੰਦੀਆਂ ਨਾ ਲਾਵੇ। ਅੱਜ ਕੱਲ੍ਹ ਲੋਕਾਂ ਨੂੰ ਦੇਖ ਰਹੇ ਆ, ਲੋਕੀ ਕਈ ਕੌਮ ਤੇ ਕੌਮ ਚੜ੍ਹਾਈ ਕਰੀ ਜਾਂਦੀ ਆ, ਕੋਈ ਗੁਰਦੁਆਰੇ ਚਰਚਾਂ ਨੂੰ ਭੰਨੀ ਜਾਂਦਾ, ਕੋਈ ਮੰਦਰ ਮਸੀਤਾਂ ਨੂੰ ਭੰਨੀ ਤੁਰੀ ਜਾਂਦਾ ਆ। ਮੈਨੂੰ ਤਾਂ ਲੋਕਾਂ ਦੀ ਨਹੀਂ ਸਮਝ ਆਉਂਦੀ ਵੀ ਲੋਕੀ ਪਤਾ ਨਹੀਂ ਕਿਹੜੇ ਖਜ਼ਾਨੇ ਨੂੰ ਪਏ ਹੋਏ। ਮੈਂ ਇਹੀ ਚਾਹੁੰਦਾ ਹੈ ਵੀ ਸਰਕਾਰ ਇਸ ਕੰਮਾਂ ਤੇ ਬੰਦ ਕਰਾਵੇ ਤੇ ਜਿਹੜਾ ਕੰਮ ਸਹੀ ਢੰਗ ਨਾਲ ਜਿੱਦਾਂ ਲੋਕੀ ਕਰਦੇ ਆ ਕਰੀ ਜਾਣ ਦਿਓ, ਰੋਟੀ ਜਿੱਦਾਂ ਖਾਂਦੇ ਖਾਈ ਜਾਣ ਦਿਓ, ਕਾਹਨੂੰ ਕਿਸੇ ਗਰੀਬ ਨੂੰ ਦੁਖੀ ਕਰਦੇ ਆ। ਅਸੀਂ ਇਹੀ ਬੇਨਤੀ ਕਰਦੇ ਵੀ ਜਿਹੜੇ ਹੁਣ ਕਿਸਾਨ ਭਰਾ ਦੇਖੋ ਜਿਹੜੇ ਦਿੱਲੀ 'ਚ ਬੈਠੇ ਨੇ ਇੰਨੇ, ਠੀਕ ਆ ਜੀ, ਉਹ ਇੰਨੇ ਚਿਰ ਹੋ ਗਏ ਵਿਚਾਰਿਆਂ ਨੂੰ ਬੈਠਿਆ, ਉਹਨਾਂ ਦੀ ਕੋਈ ਬੇਨਤੀ ਨਹੀਂ ਸੁਣ ਰਿਹਾ।
ਕਈ ਉੱਥੇ ਮਰ ਵੀ ਗਏ ਆ ਵਿਚਾਰੇ। ਜਾਣੀ ਕਿ ਤੁਹਾਡੀ ਜਿਹੜੀ ਕੋਲੋ ਆ ਕੀ ਸਮਰਥਨ ਕਰਦੀ ਆ ਉਹ ਕਿਸਾਨੀ ਸੰਘਰਸ਼ ਦਾ? ਦੇਖੋ ਜੀ ਅਸੀਂ ਇਹ ਕਹਿੰਦੇ ਆ ਉਹਨਾਂ ਨੂੰ ਵੀ, ਅਸੀਂ ਤਾਂ ਕਰਕੇ ਕਹਿੰਦੇ ਆ, ਦੇਖੋ ਉਹਨਾਂ ਦੇ ਘਰਾਂ ਦੀ ਸਾਨੂੰ ਆਸ ਹੁੰਦੀ ਆ, ਜਦੋਂ ਅਗਲੇ ਝੋਨਾ ਕੱਟਦੇ ਆ ਜਾਂ ਕਣਕ ਵੱਢਦੇ ਆ, ਠੀਕ ਆ ਜੀ, ਉਹਨਾਂ ਚੀਜ਼ਾਂ 'ਚ ਸਾਨੂੰ ਆਸ ਹੁੰਦੀ ਆ। ਅਗਲੇ ਜਦੋਂ ਵਾਢੀ ਕਰਦੇ ਆ ਅਗਲੇ ਸਾਨੂੰ ਵੀ ਖੁਸ਼ ਹੋ ਕੇ ਕੋਈ ਬੋਰਾ 2 ਬੋਰੇ ਦਾਣੇ ਦੇ ਅਗਲੇ ਹੱਸ ਕੇ ਦੇ ਦਿੰਦੇ ਸੀ। ਹੁਣ ਜਦ ਹੀ ਇੱਧਰ ਹੀ ਆ ਕਿਸਾਨ ਦਾ ਅੰਦੋਲਨ ਲੱਗਿਆ, ਜਦ ਅਗਲੇ ਨੇ ਸਾਨੂੰ ਦਾਣੇ ਦਾ ਦੂਰ ਦੀ ਗੱਲ ਅਗਲੇ ਕੋਲ ਖੜਨ ਵੀ ਨਹੀਂ ਦਿੰਦਾ ਜੀ। ਇਸ ਕਰਕੇ ਅਸੀਂ ਬੇਨਤੀ ਹੈ ਸਰਕਾਰ ਅੱਗੇ ਇਹੀ ਵੀ ਸਭ ਦੀ ਸੁਣਨ ਤੇ ਸਾਨੂੰ ਵੀ ਗਰੀਬਾਂ ਨੂੰ ਅੱਗੇ ਚੱਜ ਨਾਲ ਰੋਟੀ ਖਾਣ ਦੇਣ। ਮਹਿੰਗਾਈ ਦੇ ਬਾਈ ਕੀ ਹਾਲਾਤ ਆ? ਭਾਜੀ ਮਹਿੰਗਾਈ ਦਾ ਪੁੱਛੋ ਨਾ, ਮਹਿੰਗਾਈ ਨੇ ਤਾਂ ਮੱਤ ਮਾਰੀ ਪਈ ਆ। ਅਸੀਂ ਤਾਂ ਇਹ ਕਹਿੰਦੇ ਵੀ ਮਹਿੰਗਾਈ ਘਟਾਓ, ਠੀਕ ਆ ਜੀ, ਮਹਿੰਗਾਈ ਨੂੰ ਅੱਗੇ ਵਧਣ ਨਾ ਦਿਓ, ਠੀਕ ਹੈ। ਪੈਟਰੋਲ ਦੇਖੋ ਇੰਨਾ ਮਹਿੰਗਾ ਹੋ ਗਿਆ, ਕਿਸੇ ਗਰੀਬ ਨੇ ਜੇ ਮੰਨ ਲਓ ਕਿਸੇ ਗਰੀਬ ਦੇ ਕੋਲ ਕੋਈ ਮਾੜਾ ਮੋਟਾ ਟੁੱਟਿਆ ਭੱਜਾ ਮੋਟਰਸਾਈਕਲ ਆ ਗਿਆ ਤੇ ਉਹਨੇ ਮੋਟਰਸਾਈਕਲ ਦੇਖੀ ਜਾਊਗਾ, ਉਹ ਤੇਲ ਪਵਾਊਗਾ ਕਿ ਮੋਟਰਸਾਈਕਲ ਦੇਖੂਗਾ? ਅਗਲੇ ਨੂੰ ਉਹੀ 100-200 ਬੰਨਾ ਹੁੰਦਾ, ਉਹ 100-200 ਦਾ ਤੇਲ ਲੱਗ ਜਾਂਦਾ ਆ। ਹੁਣ ਬੰਦਾ ਅੱਗੇ ਕਰੇਗੀ। ਅਸੀਂ ਤਾਂ ਇਹ ਕਹਿੰਦੇ ਵੀ ਹਰੇਕ ਚੀਜ਼ ਨੂੰ ਘਟਾਓ, ਜਿਹੜਾ ਲੋਕੀ ਸੁਖੀ ਔਰ ਚੈਨ ਦੀ ਨੀਂਦ ਸੋ ਸਕਣ ਤੇ ਨਾਲੇ ਆਰਾਮ ਨਾਲ ਖਾ ਸਕਣ। ਹਰੇਕ ਚੀਜ਼ ਤੇ ਜਿਹੜੀ ਸੁੱਖ ਦੀਆਂ ਚੈਨ ਸਭ ਨੂੰ ਆਵੇ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਅੱਗੇ ਇਹੀ ਬੇਨਤੀ ਆ ਵੀ ਮਹਿੰਗਾਈ ਘਟਾਓ ਤੇ ਲੋਕਾਂ ਨੂੰ ਸੁੱਖ ਦੀਆਂ ਨੀਂਦਾਂ ਪਾਓ ਤੇ ਆਉਣ ਵਾਲੀਆਂ ਜਿਹੜੀਆਂ ਵੋਟਾਂ ਵੀ ਲੋਕੀ ਹੱਸ ਕੇ ਜਿਹੜਾ ਪਾਉਣ ਸਰਕਾਰ ਨੂੰ। ਬਾਈ ਜੀ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡਾ ਕੰਮ ਸੱਪਾਂ ਦਾ ਜੱਦੀ ਪੁਸ਼ਤੀ ਆ, ਤੁਸੀਂ ਕਦੀ ਆਪਣੇ ਹੱਥੀਂ ਸੱਪ ਫੜੇ ਆ? ਹਾਂਜੀ ਭਾਜੀ ਹੱਥੀਂ ਫੜੀ ਦੇ ਆ ਸੱਪ, ਬੀਨ ਵੀ ਵਜਾਈਦੀ। ਜਿੱਦਾਂ ਹੁਣ ਕਿਸੇ ਦੇ ਘਰ ਆ ਜਾਂਦਾ ਆ, ਅਗਲਾ ਲੈ ਜਾਂਦਾ ਬੁਲਾ ਕੇ ਉੱਤੇ ਬੀਨ ਵਜਾਈਦੀ, ਸੱਪ ਆ ਜਾਂਦਾ ਆ, ਫਿਰ ਫੜ ਕੇ ਲੈ ਜਾਈਦਾ। ਅਗਲੇ ਨੂੰ ਪਤਾ ਲੱਗ ਜਾਂਦਾ ਵੀ ਸੱਪ ਲੈ ਗਿਆ ਕੋਈ ਫੜ ਕੇ, ਠੀਕ ਆ ਜੀ। ਉੱਦਾਂ ਜੇ ਖੇਤਾਂ ਦੇ ਵਿੱਚ ਕੋਈ ਟੱਕਰ ਜੇ ਤੇ ਉੱਦਾਂ ਹੀ ਮਤਲਬ ਆਜ਼ਾਦ ਚੀਜ਼ ਆ, ਇਹ ਆਜ਼ਾਦ ਚੀਜ਼ ਨੂੰ ਖੇਤਾਂ ਵਾਲੇ ਨੂੰ ਖੇਤ ਦੇ ਵਿੱਚ ਛੱਡ ਦਈਦਾ, ਉਹ ਨਹੀਂ ਫੜੀ ਦੇ, ਠੀਕ ਹੈ। ਜਿੱਦਾਂ ਹੁਣ ਕਿਸੇ ਦੇ ਘਰ 'ਚ ਆ ਜਾਂਦਾ, ਲੋਕੀ ਮਾਰਨਾ ਚਾਹੁੰਦੇ ਪਰ ਅਸੀਂ ਕਹਿੰਦੇ ਵੀ ਮਾਰਨ ਨਾ, ਸਾਨੂੰ ਦੱਸ ਦੇਣ, ਅਸੀਂ ਫੜ ਕੇ ਲੈ ਜਾਇਆ ਕਰਾਂਗੇ, ਠੀਕ ਹੈ ਜੀ। ਹੋਰ ਅਸੀਂ ਇਹੀ ਬੇਨਤੀ ਕਹਿੰਦੇ ਵੀ ਚਲੋ ਕੁਛ ਵੀ ਇਹ ਵੀ ਜਾਨਵਰ ਸਾਡੇ ਵਰਗੇ ਹੀ ਆ, ਠੀਕ ਹੈ ਜੀ। ਇਹਨਾਂ ਤੇ ਵੀ ਕੋਈ ਇੱਦਾਂ ਦੀ ਗੱਲ ਨਾ ਕਰਨ, ਇਹਨਾਂ ਤੇ ਪਾਬੰਦੀ ਘੱਟ ਕਰਨ। ਜਿੱਦਾਂ ਬਾਈ ਤੁਹਾਨੂੰ ਫਿਰ ਕੋਈ ਸਾਦਾ ਆ, ਫਿਰ ਤੁਸੀਂ ਕੋਈ ਉਹ ਤੋਂ ਖਰਚਾ ਲੈਂਦੇ ਆ ਕੋਈ, ਜਾਂ ਸੇਵਾ ਹੀ ਆ ਤੁਹਾਡੀ ਇਹ? ਦੇਖੋ ਜੀ ਹੁਣ ਜਦੋਂ ਆਪਾਂ ਮੌਤ ਨੂੰ ਹੱਥ ਪਾਉਣਾ, ਇਹਦਾ ਥੋੜਾ ਮੋਟਾ ਦਾ ਖਰਚਾ ਹੁੰਦਾ ਹੀ ਆ, ਠੀਕ ਹੈ ਜੀ। ਜਦੋਂ ਹੁਣ ਆਪਾਂ ਮੰਨ ਲਓ ਇੱਕ ਕਾਲਵਨ ਚੀਜ਼ ਨੂੰ ਹੱਥ ਪਾਉਣਾ ਜੀ, ਇਹਦੀ ਥੋੜੀ ਮੋਟੀ ਸੇਵਾ ਹੁੰਦੀ, ਇਹਦੀ ਪੁਜਾਰੀ ਹੁੰਦੀ ਆ, ਠੀਕ ਹੈ ਜੀ। ਪੁਜਾਰੀ ਅਸੀਂ ਕੋਈ ਇਹ ਨਹੀਂ ਵੀ ਕਦੇ ਲੱਖਾਂ ਰੁਪਈਆ ਨਹੀਂ, ਕੋਈ 2 ਲੱਖ ਨਹੀਂ ਹੈ, ਠੀਕ ਹੈ ਜੀ। 1100 ਰੁਪਈਆ ਪੁਜਾਰੀ ਆਪਣੀ ਬਿਲਕੁਲ ਜਾਇਜ਼ ਲਈਦੀ ਆ, ਠੀਕ ਹੈ ਜੀ। ਜੇ ਕਿਸੇ ਦੇ ਘਰ 'ਚ ਹੋਵੇ ਤਾਂ ਠੀਕ ਹੈ ਜੀ, ਬਾਹਰ ਹੋਵੇ ਤੇ ਫਿਰ ਅਗਲੇ ਦਾ ਉੱਦੇ ਤੁਹਾਨੂੰ ਪਤਾ ਨੱਠ ਨੋਟ ਜਾਂਦੇ, ਇੱਕ ਜਗ੍ਹਾ ਤੇ ਟਿਕਦੇ ਨਹੀਂ ਆ, ਇਹ ਗੱਲ ਆ। ਜਿੱਦਾਂ ਬਾਈ ਤੂੰ ਦੱਸਿਆ ਵੀ ਜੇ ਕਿਸੇ ਦੇ ਘਰ ਵਿੱਚ ਸੱਪ ਹੋਵੇ, ਉੱਥੇ ਜਾ ਕੇ ਤੁਸੀਂ ਬੀਨ ਵਜਾਉਂਦੇ ਆ ਤਾਂ ਸੱਪ ਆ ਜਾਂਦਾ। ਇਹ ਜਿਹੜੀ ਬੀਨ ਵਾ ਇਹ ਕਿੱਥੋਂ ਬਣਦੀ ਆ? ਦੇਖੋ ਜੀ ਜਿਹੜੀ ਬੀਨ ਹੈ ਜੀ, ਇਹ ਬੀਨ ਹੈਗੀ ਆ ਤੂੰਬੇ ਦੀ, ਠੀਕ ਹੈ ਜੀ। ਤੂੰਬਾ ਵੱਢ ਹੁੰਦੀ ਹੈ ਕਿ ਤੂੰਬੇ ਤੋਂ ਤਿਆਰ ਹੁੰਦੀ ਹੈ ਜੀ। ਇਹ ਆਪਣੇ ਹੱਥੀਂ ਤਿਆਰ ਕਰੀਦੀ ਹੈ ਜੀ, ਠੀਕ ਹੈ ਜੀ। ਸੁਰ ਜਿਹੜਾ ਕੱਢਣਾ ਹੁੰਦਾ ਹੈ ਜੀ, ਉਹ ਆਪਣੇ ਇੱਕ ਹੱਥ ਦੀ ਕਲਾ ਦੇ ਨਾਲ ਕੱਢਣਾ ਪੈਂਦਾ ਜੀ। ਪਹਿਲਾਂ ਇਹਦੀ ਸਿੱਖਿਆ ਕਰਨੀ ਪੈਂਦੀ ਆ, ਇਹਦਾ ਗੁਰ ਧਾਰਨ ਕਰਨਾ ਪੈਂਦਾ ਹੈ, ਫਿਰ ਜਾ ਕੇ ਬੀਨ ਜਿਹੜੀ ਆ ਹਾਸਲ ਹੁੰਦੀ ਆ ਸਾਨੂੰ। ਇਸ ਕਰਕੇ ਅਸੀਂ ਜੋਗੀ ਨਾਥ ਹਾਂ, ਸਾਡੀ ਕੁੱਲ ਦੇ ਵਿੱਚ ਇਹ ਚੀਜ਼ ਚੱਲਦੀ ਆ ਰਹੀ ਆ ਜੀ, ਜੱਦੀ ਪੁਸ਼ਤੀ ਜੋਗੀ ਨਾਥ ਆ। ਇਸ ਕਰਕੇ ਇਹ ਬੇਨਤੀ ਆ ਵੀ ਸਾਨੂੰ ਹੁਣ ਜਿੰਨਾ ਕੁ ਸੀਗਾ ਸਾਡੇ ਕੋਲ ਸਮਾਂ ਅਸੀਂ ਦੇ ਚੁੱਕੇ, ਹੁਣ ਅਸੀਂ ਅੱਗੇ ਗਜਾ ਵੀ ਕਰਨੀ। ਬਾਈ ਜਿੱਦਾਂ ਜਿਹੜਾ ਸੱਪ ਹੁੰਦਾ ਆ ਉਹ ਇਹ ਬੀਨ ਦੀ ਆਵਾਜ਼ ਸੁਣ ਕੇ ਕਿੱਦਾਂ ਮੋਹਿਤ ਹੋ ਕੇ ਬਾਹਰ ਕਿੱਦਾਂ ਆ ਜਾਂਦਾ ਘਰ ਤੋਂ? ਦੇਖੋ ਜੀ ਜਦੋਂ ਬੀਨ ਦੀ ਲਹਿਰਾ ਹੁੰਦੀ ਆ ਨੇ ਜੀ, ਬੀਨ ਦੀ ਲਹਿਰਾ ਇੱਕ ਬੰਦੇ ਨੂੰ ਜਿੱਦਾਂ ਮੋਹ ਲੈਂਦੀ ਆ, ਠੀਕ ਹੈ ਜੀ। ਇਹ ਉਹ ਚੀਜ਼ ਆ ਜੀ, ਇਹ ਸੱਪ ਨੂੰ ਮੋਹ ਲੈਂਦੀ ਆ। ਬਾਈ ਇਸੇ ਸਵਾਲ ਦੇ ਨਾਲ ਮੇਰਾ ਇੱਕ ਹੋਰ ਸਵਾਲ ਵਾ ਵੀ ਮੈਂ ਤਾਂ ਇਹ ਸੁਣਿਆ ਸੀ ਵੀ ਸੱਪ ਦੇ ਕੰਨ ਨਹੀਂ ਹੁੰਦੇ, ਫਿਰ ਉਹ ਸੁਣ ਕਿੱਦਾਂ ਲੈਂਦਾ ਸੱਪ? ਇਹ ਬੀਨ ਕਿੱਦਾਂ ਸੁਣ ਕੇ ਉਹ ਬਾਹਰ ਕਿੱਦਾਂ ਆ ਜਾਂਦਾ ਆ? ਦੇਖੋ ਜੀ ਜਦੋਂ ਬੀਨ ਵੱਜਦੀ ਆ ਨਾ ਜੀ, ਠੀਕ ਆ ਜੀ, ਤੁਹਾਡੀ ਮੰਨਦੇ ਆ ਗੱਲ ਵੀ ਸੱਪ ਦੇ ਕੰਨ ਨਹੀਂ ਹੁੰਦੇ, ਠੀਕ ਆ, ਸਹੀ ਗੱਲ ਹੈ ਇਹ ਵੀ ਨਹੀਂ ਹੁੰਦੇ। ਪਰ ਜਦੋਂ ਬੀਨ ਵੱਜਦੀ ਆ ਨਾ, ਇੱਕ ਦਿਲ ਦੀ ਤਾਰ ਦੇ ਨਾਲ ਇਹਦੀ ਜਿਹੜੀ ਧੁਨ ਹੁੰਦੀ ਉਹ ਤਾਰ ਅਟੈਚ ਹੋ ਜਾਂਦੀ ਆ, ਠੀਕ ਆ ਜੀ। ਉਹ ਫਿਰ ਜਦੋਂ ਸੁਰ ਵੱਜਦਾ ਨਾ, ਫਿਰ ਇਹ ਮਸਤ ਹੋ ਜਾਂਦੀ ਹੈ ਇਹ ਚੀਜ਼, ਠੀਕ ਹੈ ਜੀ। ਨਾਗ ਦੇਵਤਾ ਜਦੋਂ ਮਸਤ ਹੁੰਦਾ, ਫਿਰ ਮਸਤ ਹੋ ਕੇ ਨਾਗ ਦੇਵਤਾ ਤੇ ਫਿਰ ਇਸ ਚੀਜ਼ ਤੇ ਬਾਹਰ ਆਂਦਾ ਆ, ਫਿਰ ਬਾਹਰ ਆ ਕੇ ਫਿਰ ਬਹਿ ਜਾਂਦਾ, ਫਿਰ ਅਸੀਂ ਉਹਨੂੰ ਫੜ ਲਈਦਾ ਆ। ਬਾਈ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਦਵਾਈਆਂ ਦਾ ਵੀ ਕੰਮ ਕਰਦੇ ਹੈ ਨਾ, ਵੀ ਤੁਸੀਂ ਆਪ ਦਵਾਈਆਂ ਬਣਾਉਂਦੇ, ਜੜੀ ਬੂਟੀਆਂ ਤੋਂ ਦਵਾਈਆਂ ਬਣਾਉਂਦੀਆਂ, ਤੁਸੀਂ ਹਮੇਸ਼ਾ ਆਪਣੇ ਕੋਲ ਹੀ ਦਵਾਈਆਂ ਲੈ ਕੇ ਤੁਰਦੇ ਹੁੰਦੇ ਆ ਜਾਂ ਤੁਹਾਡੇ ਡੇਰੇ ਤੇ ਆਣ ਕੇ ਕੋਈ ਆਪਣੇ ਲਈ ਦਵਾਈ ਲੈ ਸਕਦਾ ਤੁਹਾਡੇ ਕੋਲੋਂ? ਨਹੀਂ ਜੀ ਦਵਾਈਆਂ ਆਪਾਂ ਨੇ ਨਾਲ ਹੀ ਹੁੰਦੀਆਂ ਜੀ, ਦਵਾਈਆਂ ਨਾਲ ਰੱਖੀ ਦੀਆਂ ਵੀ। ਇਹ ਬਾਈ ਵੇਲੇ ਜਦੋਂ ਕਿਸੇ ਨੇ ਦੱਸਣਾ ਫਿਰ ਬਾਈ ਵੇਲੇ ਆਰਡਰ ਤੇ ਵੀ ਬਣਦੀਆਂ ਆ। ਆਰਡਰ ਤੇ ਇਦਾਂ ਬਣਦੀਆਂ, ਕਈ ਦਵਾਈਆਂ ਹੁੰਦੀਆਂ ਜਿਹੜੀਆਂ ਤਾਜ਼ੀਆਂ ਬਣਾ ਕੇ ਦੇਣੀਆਂ ਪੈਂਦੀਆਂ ਤੇ ਕਈ ਦਵਾਈਆਂ ਜਿਹੜੀਆਂ ਪਹਿਲਾਂ ਬਣਾ ਕੇ ਰੱਖਣੀਆਂ ਪੈਂਦੀਆਂ ਵੀ, ਥੋੜੀਆਂ ਮੋਟੀਆਂ ਵੀ, ਜਿਹੜੀਆਂ ਅਗਲੇ ਨੂੰ ਦੇ ਦਈਏ ਬਣੀ ਬਣਾਈ। ਕਿਸੇ ਕੋਲ ਟਾਈਮ ਹੁੰਦਾ, ਕਿਸੇ ਕੋਲ ਟਾਈਮ ਨਹੀਂ ਹੁੰਦਾ, ਇਸ ਕਰਕੇ ਸਾਡੇ ਕੋਲੇ ਹੁੰਦੀਆਂ ਦਵਾਈਆਂ ਵੀ।
ਕਿਹੜੀਆਂ ਦਵਾਈਆਂ ਤੁਸੀਂ ਆਪ ਬਣਾਉਂਦੇ ਆ ਤੇ ਕਿਹਦਾ ਇਲਾਜ ਕਰਦੇ ਆ ਤੁਸੀਂ? ਦੇਖੋ ਜੀ ਅਸੀਂ ਹਰੇਕ ਚੀਜ਼ ਦਾ ਇਲਾਜ ਕਰੀਦਾ ਆ। ਪਹਿਲੀ ਗੱਲ ਤਾਂ ਮਹਾਰਾਜ ਦੂਰ ਹੋ ਕੇ ਸੁਣੇ, ਕਿਸੇ ਨੇੜੇ ਹੋ ਕੇ ਨਾ ਸੁਣੇ। ਕਿਸੇ ਦੇ ਸੱਪ ਲੜ ਜੇ, ਠੂਆਂ ਲੜ ਜੇ, ਬਿੱਛੂ ਲੜ ਜੇ, ਭੂੰਡ ਲੜ ਜੇ, ਇਹਨਾਂ ਚੀਜ਼ਾਂ ਦਾ ਅਸੀਂ ਆਪ ਇਲਾਜ ਕਰੀਦਾ ਆ। ਠੀਕ ਆ ਜੀ, ਇਹਨਾਂ ਚੀਜ਼ਾਂ ਦਾ ਇਲਾਜ ਕਰੀਦਾ ਆ। ਅਗਲੇ ਦੀ ਘਣ 'ਚ ਸਾਹ ਹੋਣੇ ਚਾਹੀਦੇ, ਜਾਨ ਬਚਾ ਦਈਦੀ ਆ। ਬਾਕੀ ਮਹਾਰਾਜ ਦੇਣ ਵਾਲਾ ਆ, ਜਾਨ ਤਾਂ ਉਹਦੇ ਹੱਥ ਦੇ ਵਿੱਚ ਆ, ਬੰਦੇ ਦਾ ਹੱਥ ਵਿੱਚ ਕੁਛ ਨਹੀਂ ਆ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਆ, ਰੱਬ ਦੀ ਦਇਆ ਦੇ ਨਾਲ ਜਾਨ ਬਚ ਜਾਂਦੀ ਆ। ਠੀਕ ਆ ਜੀ, ਇੱਕ ਮਣਕਾ ਹੁੰਦਾ ਜਿਹੜਾ ਮਣਕੇ ਤੋਂ ਅਸੀਂ ਸੱਪ, ਜਦੋਂ ਅਸੀਂ ਸੱਪ ਨੂੰ ਹੱਥ ਪਾਈਦਾ ਇੱਕ ਮਣਕੇ ਦੇ ਸਿਰ ਤੋਂ ਪਾਈਦਾ ਜੀ। ਮਣਕੇ ਦੇ ਸਿਰ ਤੇ ਅਸੀਂ ਬੰਦੇ ਦੀ ਜਾਨ ਬਚਾਈਦੀ ਆ। ਇਸ ਕਰਕੇ ਦੰਦ ਦੀ ਆ, ਦਾੜ ਦੀ ਆ, ਹਰੇਕ ਤਰ੍ਹਾਂ ਦੀ ਜੜੀ ਬੂਟੀ ਆ ਸਾਡੇ ਕੋਲ, ਦਵਾਈ ਆ। ਠੀਕ ਆ ਜੀ, ਜਿਸ ਕਿਸੇ ਵੀ ਭੈਣ ਭਰਾ ਨੂੰ ਲੋੜ ਹੋਵੇ ਸਾਡੇ ਨਾਲ ਤੇ ਸਾਡੇ ਤੋਂ ਲੈ ਸਕਦਾ ਚੀਜ਼। ਬਾਈ ਜੇ ਕਿਸੇ ਦੇ ਸੱਪ ਲੜ ਜਵੇ, ਉਹ ਜਾਣੀ ਕਿ ਉਹ ਜਿਹੜਾ ਮਣਕਾ ਲਾਉਣ ਦਾ ਕੋਈ ਸਮਾਂ ਹੁੰਦਾ ਹੈ, ਕਦੋਂ ਕੁ ਤੱਕ ਤੁਹਾਡੇ ਕੋਲ ਪਹੁੰਚ ਕੇ ਬੰਦਾ ਬਚ ਸਕਦਾ ਆ? ਦੇਖੋ ਜੀ, ਜਿੱਦਾਂ ਹੁਣ ਸੱਪ ਲੜ ਗਿਆ ਆ, ਉਸੇ ਵੇਲੇ ਇੱਕ ਗੱਲ ਹੋਰ ਕਰੇ, ਜੇ ਸੱਪ ਲੜ ਗਿਆ ਹੈ ਯਕਦਮ ਬੰਦੇ ਕੋਲ ਨਹੀਂ, ਦੂਰ ਵਾਲਾ ਕੰਮ ਹੁੰਦਾ। ਠੀਕ ਆ ਜੀ, ਉਸ ਵੇਲੇ ਬੰਦਾ ਆਪਣੀ ਜਿੱਥੇ ਸੱਪ ਜੇ ਲੱਤ ਤੇ ਲੜਿਆ ਤੇ ਆਪਣੀ ਲੱਤ ਜਿੱਥੇ ਲੜਿਆ ਆ ਉਹਦੇ ਉੱਪਰੋਂ ਰੱਖ ਕੇ ਪੂਰੀ ਜਾਨ ਦੇ ਨਾਲ ਘੁੱਟ ਕੇ ਬੰਨ੍ਹ ਲਵੇ। ਠੀਕ ਆ ਜੀ, ਜਿਹੜਾ ਖੂਨ ਦਾ ਸਰਕਸ ਆ ਉਹ ਰੋਕ ਦੇਵੇ। ਠੀਕ ਆ ਜੀ, ਖੂਨ ਦਾ ਸਰਕਸ ਰੋਕ ਕੇ ਮੁੜ ਕੇ ਹੱਥ ਦੇ ਉੱਤੇ ਕਿਸੇ ਚੀਜ਼ ਦਾ ਲਫਾਫਾ ਚੜਾ ਕੇ ਹਲਕਾ ਜਿਹਾ ਬਲੇਡ ਨਾਲ ਚੀਰਾ ਲਾ ਦੇਵੇ ਕਿ ਜਿਹੜਾ ਬਲੱਡ ਆ ਨਾ ਜ਼ਹਿਰ ਵਾਲਾ ਉਹ ਨਿਕਲਦਾ ਰਵੇ। ਫਿਰ ਜਿੱਦਾਂ ਮਰਜ਼ੀ ਸਾਡੇ ਤੱਕ ਪਹੁੰਚ ਸਕਦਾ ਆ ਤੇ ਉਹਦਾ ਇਲਾਜ ਹੋ ਜਾਊਗਾ। ਜੇ ਸਾਡੇ ਤੱਕ ਕਿਸੇ ਨੇ ਨਹੀਂ ਆਣਾ, ਕਿਸੇ ਨੂੰ ਨਹੀਂ ਵਿਸ਼ਵਾਸ ਹੈਗਾ ਸਾਡੇ ਤੱਕ ਆਉਣ ਦਾ, ਤੇ ਉਹ ਭਾਵੇਂ ਕੈਂਪ 'ਚ ਵੀ ਜਾ ਸਕਦਾ। ਪਰ ਇਹ ਆ ਵੀ ਅਗਲੇ ਦੀ ਫਿਰ ਜਾਨ ਬਚ ਜਾਊਗੀ, ਵੀ ਅਗਲਾ ਮਰੂਗਾ ਨਹੀਂ। ਜੇ ਉਹ ਘੁੱਟ ਕੇ ਬੰਨ੍ਹ ਲੂਗਾ ਨਾ ਆਪਣੇ ਆਪ ਨੂੰ ਤੇ ਖੂਨ ਦਾ ਸਰਕਲ ਰੋਕ ਦੂ, ਫਿਰ ਕਿਤੇ ਵੀ ਜਾ ਕੇ ਆਪਣਾ ਇਲਾਜ ਕਰਾ ਸਕਦਾ। ਬਾਈ ਜੇ ਤੁਹਾਡੇ ਨਾਲ ਕਿਸੇ ਨੇ ਰਾਬਤਾ ਕਰਨਾ ਹੋਵੇ, ਤੁਹਾਡਾ ਕੋਈ ਫੋਨ ਨੰਬਰ, ਕੋਈ ਕੰਟੈਕਟ ਨੰਬਰ ਹੈਗਾ? ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਨਹੀਂ ਭਾਜੀ, ਮੈਂ ਕਦੇ ਫੋਨ ਰੱਖਿਆ ਹੀ ਨਹੀਂ। ਠੀਕ ਹੈ ਜੀ, ਤੂੰ ਸਾਡੇ ਕੋਲ ਫੋਨ ਹੈ ਨਹੀਂ, ਜੇ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਡੇਰਾ ਕਿੱਥੇ ਆ? ਆਪਣਾ ਸੈਲਾ ਖੁਰਦ। ਠੀਕ ਆ ਜੀ, ਉੱਥੇ ਨੀਲੇ ਸੈਲੇ ਮੋੜ ਤੇ ਜਿਹਨੂੰ ਮਰਜ਼ੀ ਆ ਕੇ ਪੁੱਛ ਲਿਓ ਕਿ ਜੋਗੀ ਜੋਗਿੰਦਰ ਨਾਥ ਦੇ ਘਰ ਜਾਣਾ ਸੱਪਾਂ ਵਾਲਿਆਂ ਦੇ, ਉੱਥੇ ਸਭ ਨੂੰ ਪਤਾ ਹੈ, ਬੱਚਾ ਜਾਣਦਾ ਜੀ। ਆਹ ਜਿਹੜੀ ਦਵਾਈ ਆ ਇਹ ਹੈਗੀ ਭਾਜੀ, ਜਿੱਦਾਂ ਖਾਜ ਹੋ ਜਾਂਦੀ ਆ। ਠੀਕ ਆ ਜੀ, ਕਿਸੇ ਨੂੰ ਬਵਾਸੀਰ ਹੁੰਦੀ ਆ, ਇਹ ਉਹਦੇ ਤੋਂ ਦਵਾਈ ਕੰਮ ਆਉਂਦੀ ਹੈ। ਕੇਲੇ 'ਚ ਪਾ ਕੇ ਦੇਈਦੀ ਆ, 7 ਕੇਲੇ ਖਾਊਗਾ ਬੰਦਾ ਠੀਕ ਹੋ ਜਾਊਗਾ। ਆਹ ਜਿਹੜੀ ਦਵਾਈ ਆ ਪੀਲੇ ਰੰਗ ਦੀ, ਇਹ ਕਾਹਤੋਂ ਬਣਦੀ ਆ? ਇਹ ਦੇਖੋ ਜੀ, ਜੜੀਆਂ ਬੂਟੀਆਂ ਤੋਂ ਤਿਆਰ ਕਰੀਦੀ ਆ, ਮਾਰ ਕੇ ਦਵਾਈ ਬਣਾਈ ਦੀ ਆ। ਠੀਕ ਆ ਜੀ, ਆਹ ਜਿਹੜੀ ਦਵਾਈ ਆ ਇਹਨੂੰ ਕਹਿੰਦੇ ਆ ਜੀ ਚੰਬਲ ਦੀ ਦਵਾਈ। ਠੀਕ ਆ ਜੀ, ਇਹ ਚੰਬਲ ਦੀ ਦਵਾਈ ਆ ਜੀ। ਚੰਬਲ ਹੋਵੇ, ਦਦਰੀ ਹੋਵੇ, ਇਹਦਾ ਇਲਾਜ ਕਰੀਦਾ ਜੀ ਪੱਕਾ। ਮੱਖਣੀ ਦੇ ਵਿੱਚ ਰਲਾ ਕੇ ਲਾਣੀ ਪੈਂਦੀ ਆ, ਮੁੜ ਕੇ ਕਦੀ ਨਾ ਚੰਬਲ ਹੋਊਗੀ ਤੇ ਨਾ ਦਦਰੀ ਹੋਊਗੀ। ਇਹ ਦਵਾਈ ਕਿੰਨਾ ਸਮਾਂ ਲਾਉਣੀ ਆ ਚਮੜੀ ਦੇ ਉੱਤੇ? ਇਹ ਦੇਖੋ ਜੀ, ਜਿੱਦਾਂ ਮਤਲਬ ਹੁਣ ਚਮੜੀ ਦਾ ਰੋਗ ਬਾਏ ਵੇਲੇ ਦੇਖਿਆ ਜਾਂਦਾ ਹੈ। ਕਈ ਵੇਲੇ ਨਰਮਦੀਨ ਦਾ ਹੁੰਦੀ ਆ ਚੰਬਲ, ਤੇ ਕਈ ਵੇਲੇ ਸਿੰਗਲ ਚੰਬਲ ਹੁੰਦੀ। ਜਿਹੜੀ ਸਿੰਗਲ ਚੰਬਲ ਹੁੰਦੀ ਆ ਉਹਦੇ ਉੱਪਰ ਘੱਟੋ ਘੱਟ ਭਾਜੀ 1.25 ਮਹੀਨਾ ਲੱਗਦਾ। ਜਿਹੜੀ ਡਬਲ ਹੁੰਦੀ ਆ ਭਾਜੀ ਉਹਦੇ ਉੱਤੇ ਭਾਜੀ ਘੱਟੋ ਘੱਟ 3 ਮਹੀਨੇ ਦਾ ਕੋਰਸ ਪੂਰਾ ਹੁੰਦਾ ਜੀ। ਇਲਾਜ ਹੋ ਜਾਂਦਾ, ਮੁੜ ਕੇ ਨਿਸ਼ਾਨ ਵੀ ਨਹੀਂ ਰਹਿੰਦਾ ਜੇ ਬੰਦਾ ਸਹੀ ਢੰਗ ਨਾਲ ਕਰੇ ਤਾਂ। ਠੀਕ ਆ ਜੀ, ਇੱਕ ਹੋਰ ਦਵਾਈ ਤੁਹਾਨੂੰ ਦਿਖਾਣੇ ਆ। ਜਿਹੜੀਆਂ ਇਹ ਜੜੀ ਬੂਟੀਆਂ ਹੁੰਦੀਆਂ ਇਹ ਜਿੱਦਾਂ ਤੁਸੀਂ ਸ਼ੌਪ ਤੋਂ ਲਿਆਉਂਦੇ ਜਾਂ ਇਦਾਂ ਜੰਗਲਾਂ ਵਿੱਚੋਂ ਆਪ ਇਕੱਠੀਆਂ ਕਰਦੇ ਆ? ਨਹੀਂ ਜੀ, ਇਹ ਜੰਗਲਾਂ ਦੇ ਵਿੱਚੋਂ ਲੱਭ ਕੇ ਲਿਆਣੀਆਂ ਪੈਂਦੀਆਂ। ਇਹ ਭੇਤ ਤੋਂ ਬਗੈਰ ਚੀਜ਼ ਨਹੀਂ ਲੱਭਦੀ। ਜੇ ਮੰਨ ਲਓ ਹੁਣ ਆਪਣੇ ਇੱਧਰ ਵੀ ਹੈਗੀਆਂ ਜੜੀਆਂ ਬੂਟੀਆਂ, ਜੇ ਮੰਨ ਲਓ ਕਿਸੇ ਨੂੰ ਮਿਲ ਗਈ ਜੜੀ ਬੂਟੀ ਤੇ ਉਹਨਾਂ ਨੇ ਚੱਕ ਕੇ ਚੁੱਲ੍ਹੇ ਦੇ ਵਿੱਚ ਲਾ ਦੇਣੀ ਆ। ਠੀਕ ਆ ਜੀ, ਜੇ ਸੁੱਕੀ ਮਿਲ ਗਈ ਤੇ ਉਹਨੇ ਚੁੱਲ੍ਹੇ ਲਾ ਦੇਣੇ, ਗਿੱਲੀ ਮਿਲ ਗਈ ਅਗਲੇ ਨੇ ਪੱਠੇ 'ਚ ਵੱਢ ਕੇ ਕੁਤਰ ਕੇ ਪਾ ਦੇਣੀ ਹੈ। ਠੀਕ ਆ ਜੀ, ਇਹ ਗੱਲ ਹੁੰਦੀ ਆ। ਇਹ ਜਿਹੜੀ ਦਵਾਈ ਆ ਜੀ, ਇਹ ਕਿਸੇ ਨੂੰ ਮਿਰਗੀ ਦਾ ਦੌਰਾ ਪੈਂਦਾ ਹੋਵੇ। ਠੀਕ ਆ ਜੀ, ਮਿਰਗੀ ਦਾ ਦੌਰਾ ਪੈਂਦਾ ਹੋਵੇ, ਇੱਕ ਗੱਠੀ ਦੇਈਦੀ ਆ ਜੀ, ਉਸ ਮਿਰਗੀ ਦੇ ਦੌਰੇ ਦਾ ਇਲਾਜ ਹੋ ਜਾਂਦਾ ਜੀ। ਮੁੜ ਕੇ ਕਦੇ ਮਿਰਗੀ ਦਾ ਦੌਰਾ ਨਹੀਂ ਪਊਗਾ ਜੀ। ਆਹ ਦੇਖੋ, ਆਹ ਜਿਹੜੀ ਗੱਠੀ ਆ। ਠੀਕ ਆ ਜੀ, ਇਹ ਵੀ ਕੋਈ ਜੜੀ ਬੂਟੀ ਆ? ਹਾਂਜੀ, ਇਹ ਵੀ ਜੜੀ ਬੂਟੀ ਹੈ, ਜੰਗਲ ਦੇ ਵਿੱਚੋਂ ਲੱਭ ਕੇ ਲਿਆਉਣੀਆਂ ਪੈਂਦੀਆਂ ਜੀ। ਇਹ ਜੜ੍ਹਾਂ ਦੇ ਥੱਲੇ ਹੁੰਦੀਆਂ ਜੀ। ਇਹ ਜਿੰਨੇ ਵੀ ਤੁਸੀਂ ਇਲਾਜ ਦੱਸੇ ਸ਼ਰਤੀਆ ਇਲਾਜ ਹੁੰਦੇ ਆ ਜਾਂ ਕੋਈ ਗਾਰੰਟੀ ਵੀ ਦਿੰਨੇ ਆ ਤੁਸੀਂ? ਹਾਂਜੀ, ਇਹ ਸ਼ਰਤੀਆ ਇਲਾਜ ਹੈ ਜੀ, ਗਾਰੰਟੀ ਨਾਲ ਆ। ਇਸ ਕਰਕੇ ਕਹਿੰਦਾ ਵੀ ਕਿਸੇ ਵੀ ਭੈਣ ਭਰਾ ਨੂੰ ਲੋੜ ਹੋਵੇ ਤੇ ਸਾਨੂੰ ਦੱਸ ਸਕਦਾ। ਬਾਈ ਧੰਨਵਾਦ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਭਾਜੀ, ਧੰਨਵਾਦ ਤੁਹਾਡਾ ਵੀ ਤੇ ਉੱਪਰ ਵਾਲੇ ਦਾ ਵੀ। ਸਭ ਤੇ ਭਲਾ ਕਰੇ ਮਹਾਰਾਜ। ਬਾਈ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਇਹਨੇ ਆਪਣਾ ਦੁੱਖ ਦੱਸਿਆ ਕਿਉਂਕਿ ਇਹਨਾਂ ਦਾ ਜਿਹੜਾ ਗੁਜ਼ਰ ਬਸਰ ਸੀਗਾ
ਉਹ ਸੱਪਾਂ ਤੋਂ ਹੁੰਦਾ ਸੀ। ਹੁਣ ਸਰਕਾਰ ਨੇ ਪਾਬੰਦੀ ਲਾਤੀ, ਚਲੋ ਉਹ ਸਰਕਾਰ ਦਾ ਆਪਣਾ ਪ੍ਰੋਟੋਕਾਲ ਆ, ਪਰ ਫਿਰ ਵੀ ਇਹਨਾਂ ਨੂੰ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਹ ਜਿਹੜਾ ਕੰਮ ਸੀ ਸੱਪਾਂ ਵਾਲਾ, ਇਹਨਾਂ ਦਾ ਜੱਦੀ ਪੁਸ਼ਤੀ ਸੀ, ਇਹ ਕੋਈ ਹੋਰ ਕੰਮ ਕਰ ਨਹੀਂ ਸਕਦੇ ਹੈਗੇ। ਹੁਣ ਇਹ ਆਪਣਾ ਚਲੋ ਹਰੇਕ ਦੇ ਘਰ ਜਾ ਜਾ ਕੇ ਦਰ ਦੇ ਉੱਤੇ ਅਲਖ ਜਗਾਉਂਦੇ ਆ, ਕੋਈ 5 ਦੇ ਦਿੰਦਾ, ਕੋਈ 10 ਦੇ ਦਿੰਦਾ, ਉਹਦੇ ਨਾਲ ਇਹਨਾਂ ਦਾ ਗੁਜ਼ਰ ਬਸਰ ਚੱਲਦਾ ਆ। ਤੇ ਚਲੋ ਆਪਾਂ ਵੀ ਬਾਈ ਨੂੰ ਵੀ ਇਹ ਅਪੀਲ ਕਰਦੇ ਹਾਂ ਵੀ ਕੋਈ ਕੰਮਕਾਰ ਕਰੋ, ਠੀਕ ਹੈ ਕਿ ਨਹੀਂ, ਵੀ ਕਿੰਨਾ ਕੁ ਸਮਾਂ ਤੁਸੀਂ ਇਹ ਕੰਮ ਕਰੋਗੇ, ਕਿਉਂਕਿ ਇਦਾਂ ਮੰਗ ਕੇ ਵੀ ਗੁਜ਼ਾਰਾ ਨਹੀਂ ਹੁੰਦਾ ਹੈਗਾ। ਬਾਕੀ ਇਹਨਾਂ ਦੀ ਬਾਈ ਦੀ ਆਪਣੀ ਸੋਚ ਵਾ। ਠੀਕ ਵਾ ਜੀ, ਧੰਨਵਾਦ, ਜੁੜੇ ਰਹੋ ਪੰਜਾਬੀ ਸਟੂਡੀਓ, ਪੰਜ ਆਬਾਂ ਦੀ ਧਰਤੀ ਤੋਂ।